ਸਤਿਕਾਰਯੋਗ ਸਾਥੀਓ, ਤੁਹਾਨੂੰ ਸਾਰਿਆਂ ਨੂੰ ਬਹੁਤ ਟਾਈਮ ਦਾ ਤੁਹਾਨੂੰ ਲੱਗਦਾ ਕਿ ਕੋਈ ਨਾ ਕੋਈ ਸਾਡੇ ਲਈ ਅਪਡੇਟ ਆਵੇ ਜਿਹਦੇ ਵਿੱਚ ਸਾਨੂੰ ਹਰ ਚੀਜ਼ ਕਲੀਅਰ ਕੀਤੀ ਜਾਵੇ। ਪਹਿਲਾਂ ਲੱਗਦਾ ਸੀ ਮੈਨੂੰ ਕਿ ਸ਼ਾਇਦ ਕਿ ਇੰਨਾ ਕੁਝ ਹੋਣ ਦੇ ਬਾਵਜੂਦ ਲੋਕ ਵੀ ਕਹਿੰਦੇ ਰਹੇ, ਸਾਰੇ ਕਹਿੰਦੇ ਰਹੇ ਕਿ ਧਰਨੇ ਲੱਗੇ ਰਹੇ ਇਹਨਾਂ ਦੇ ਤੇ ਇਹਨਾਂ ਨੇ ਕੁਝ ਨਹੀਂ ਬਣਨ ਦਿੱਤਾ। ਤੇ ਉਸ ਦੇ ਪੱਖੋਂ ਬਹੁਤ ਪਿੱਛੇ ਹੋ ਗਏ ਸੀਗੇ ਕਿ ਲੱਗਦਾ ਸੀਗਾ ਕਿ ਨਹੀਂ ਰਹਿਣ ਦੋ, ਤੇ ਜੇ ਜੋ ਮਿਲਦਾ ਆ ਸਰਕਾਰ ਦਊਗੀ, ਦੇਖੀ ਜਾਊਗੀ, ਜਦੋਂ ਦਊਗੀ ਸਾਨੂੰ ਸਾਰਿਆਂ ਦੇ ਨਾਲ ਹੀ ਆ ਵੀ ਜਦੋਂ ਸਾਰਿਆਂ ਨੂੰ ਮਿਲੂਗਾ ਸਾਨੂੰ ਕਿਹੜਾ ਇਕੱਲਿਆਂ ਨੂੰ ਮਿਲਣਾ ਆ। ਤੇ ਇਸ ਕਰਕੇ ਥੋੜੇ ਟਾਈਮ ਲਈ ਪਿੱਛੇ ਹੋ ਗਏ ਸੀਗੇ। ਪਰ ਬਹੁਤ ਲੋਕਾਂ ਦੇ ਫੋਨ ਆਏ, ਸਭ ਤੋਂ ਜ਼ਿਆਦਾ ਫੋਨ ਤੇ ਮੇਰੇ ਆਪ ਦੇ ਜ਼ਿਲ੍ਹੇ 'ਚ ਹੀ, ਜਦੋਂ ਇੱਕ ਕੁੜੀ ਨੇ ਫੋਨ ਕਰਕੇ ਕਿਹਾ ਕਿ ਮੈਡਮ ਇੱਦਾਂ ਕਰੋ, ਮੈਂ ਕਿਰਾਏ ਤੇ ਰਹਿੰਦੀ ਆ, ਮੇਰੇ ਜਿਹੜਾ ਕਿ ਮੈਨੂੰ ਆਪਣੇ ਇੱਧਰ ਕਿਤੇ ਕਿਰਾਏ ਤੇ ਕਮਰਾ ਲੈ ਦਿਓ ਤੇ ਤਾਂ ਜੋ ਮੈਨੂੰ 2 ਕੁ ਘਰ ਨਾ ਮਤਲਬ ਸਫਾਈ ਲਈ ਜਾਂ ਪੋਚੇ ਪਾਚੇ ਵਾਸਤੇ ਮਿਲ ਜਾਣ, ਤਾਂ ਜੋ ਮੇਰੇ ਘਰ ਦਾ ਗੁਜ਼ਾਰਾ ਨਾ ਵਧੀਆ ਹੋ ਸਕੇ, ਕਿਉਂਕਿ ਉਹ 3500 ਰੁਪਈਆ ਤਨਖਾਹ ਲੈਂਦੀ ਆ। ਫਿਰ ਮੈਨੂੰ ਇਹ ਲੱਗਾ ਕਿ ਸ਼ਾਇਦ ਜੇ ਸਾਡੇ ਕਰਕੇ ਜੇ ਕਿਤੇ ਨਾ ਕਿਤੇ ਲੋਕਾਂ ਨੂੰ ਲੱਗਾ ਕਿ ਨੁਕਸਾਨ ਹੋਇਆ ਜਾਂ ਸਰਕਾਰ ਤੋਂ ਨਹੀਂ ਮਿਲਿਆ ਜਾਂ ਕਿਤੇ ਨਾ ਕਿਤੇ ਕੋਈ ਕਮੀ ਰਹਿ ਗਈ ਆ, ਇਸ ਕਰਕੇ ਦੁਬਾਰਾ ਫਿਰ ਉਹ ਲੋਕਾਂ ਕਰਕੇ ਚੱਲੇ ਆ ਕਿ ਜੇ ਕੋਈ ਕਮੀ ਸੀ ਤੇ ਲੋਕਾਂ ਨੂੰ ਹੁਣ ਕੱਢ ਕੇ ਲਿਆ ਕੇ ਦਈਏ, ਸਰਕਾਰ ਤੋਂ ਕੁਝ ਲੈ ਕੇ ਦਈਏ। ਕਿਉਂਕਿ ਉਹ ਸਰਕਾਰ ਸੀ ਜਦੋਂ ਸਭ ਕਹਿੰਦੇ ਸੀਗੇ ਕਿ ਆਪ ਦੇ ਤੁਸੀਂ ਕੈਂਡੀਡੇਟ ਜਿਹੜੇ ਆ ਸੀਐਮ ਸਾਹਿਬ ਜਿਹੜੇ ਦਿੱਲੀ ਦੇ ਸੀ ਉਹ ਤੁਸੀਂ ਸੱਦ ਲਏ, ਇਹਦੇ ਨਾਲ ਸਾਡਾ ਨੁਕਸਾਨ ਹੋ ਜਾਊਗਾ। ਪਰ ਅੱਜ ਉਹ ਚੀਜ਼ ਦਾ ਬੈਨੀਫਿਟ ਵੀ ਮਿਲਦਾ ਪਿਆ ਆ, ਕਿਉਂਕਿ ਉਹ ਸਾਰੇ ਜੋ ਸਿੱਖਿਆ ਮੰਤਰੀ ਸਾਹਿਬ ਆ, ਜੋ ਸੀਐਮ ਸਾਹਿਬ ਆ, ਜੋ ਅਰਵਿੰਦ ਕੇਜਰੀਵਾਲ ਸਾਰਾ ਦਿੱਲੀ ਦੇ, ਉਹ ਵੀ ਸਾਡੇ ਧਰਨੇ ਤੇ ਆਏ। ਇਸ ਕਰਕੇ ਉਹਨਾਂ ਦੇ ਦਿਮਾਗ 'ਚ ਉਹ ਚੀਜ਼ ਬੈਠੀ ਹੋਈ ਆ ਕਿ ਜਿਹੜੇ ਇਹ ਸਾਰੇ ਕੱਚੇ ਅਧਿਆਪਕ ਆ ਇਹ 6000 3500 5500 ਤੇ 11000 ਤਨਖਾਹ ਲੈਣ ਵਾਲੇ ਆ। ਅੱਜ ਫਿਰ ਇਸੇ ਸੰਬੰਧ 'ਚ ਕਾਫੀ ਦਿਨਾਂ ਦੀ ਲੱਗੀ ਹੋਈ ਸੀ, ਕਿਉਂਕਿ ਜਿਹੜੀ ਪਹਿਲੀ ਮੈਂ ਅਪਡੇਟ ਪਾਈ ਸੀ ਉਹਦੇ ਵਿੱਚ ਜਿੱਥੋਂ ਤੱਕ ਮੈਨੂੰ ਲੱਗਾ ਉਹ ਤੇ ਫੋਨ ਤੇ ਗੱਲ ਨਿਕਲ ਕੇ ਆਈ ਸੀ ਕਿ ਸ਼ਾਇਦ 6600 ਜਾਂ 8393 ਪੋਸਟਾਂ ਦਾ, ਉਹ ਇੱਕ ਜਿਹੜੀ ਆ ਫੋਨ ਤੇ ਗੱਲ ਹੋਈ ਸੀ। ਫੋਨ ਤੋਂ ਥੋੜਾ ਬਹੁਤਾ ਆਈਡੀਆ ਦਿੱਤਾ ਕਿ ਸਰਕਾਰ ਸ਼ਾਇਦ ਇਹ ਚਾਹੁੰਦੀ ਆ, ਪਰ ਉਹ ਗੱਲ ਕੋਈ ਜ਼ਿਆਦਾ ਕਲੀਅਰ ਨਹੀਂ ਸੀਗੀ। ਫਿਰ ਉਸ ਦੇ ਪੱਖੋਂ ਹੀ ਕਿਹਾ ਗਿਆ ਸੀ ਕਿ ਆਮੋ ਸਾਹਮਣੇ ਬੈਠ ਕੇ ਗੱਲ ਕਲੀਅਰ ਕੀਤੀ ਜਾਊਗੀ ਤਾਂ ਜੋ ਲੋਕਾਂ ਦੇ ਵਿੱਚ ਜਿਹੜਾ ਸੱਚਾਈ ਰੱਖੀ ਜਾ ਸਕੇ ਕਿ ਸਰਕਾਰ ਦਾ ਰਵੱਈਆ ਕੀ ਆ। ਉਸ ਦੇ ਪੱਖੋਂ ਅੱਜ ਸਿੱਖਿਆ ਮੰਤਰੀ ਸਾਹਿਬ ਨਾਲ ਚੰਡੀਗੜ੍ਹ ਵਿੱਚ ਮੀਟਿੰਗ ਹੋਈ ਆ। ਉਸ ਮੀਟਿੰਗ ਦੇ ਵਿੱਚ ਇਹ ਗੱਲ ਰੱਖੀ ਗਈ ਕਿ ਜਿਹੜੇ ਸਾਡੇ ਲੋਕ ਆ 18 ਸਾਲ ਹੋ ਗਏ, ਤੁਸੀਂ ਸਾਡੇ ਧਰਨੇ ਤੇ ਵੀ ਆਏ ਸੀ, ਤੁਸੀਂ ਇਹ ਚੀਜ਼ ਕਹਿ ਕੇ ਗਏ ਸੀ ਕਿ ਤੁਹਾਨੂੰ ਅਸੀਂ ਆਉਂਦਿਆਂ ਪੱਕਾ ਕਰਾਂਗੇ, ਜੇ ਪੱਕਾ ਨਹੀਂ ਕਰਾਂਗੇ ਤੇ ਦਿੱਲੀ ਦੀ ਤਰਜ਼ ਤੇ 19 ਸੈਲਰੀ ਜਿਹੜੀ 36000 ਤੁਹਾਡੀ ਕਰਾਂਗੇ ਤਾਂ ਜੋ ਤੁਹਾਡੇ ਘਰਾਂ ਦੇ ਜਿਹੜੇ ਚੰਗੇ ਗੁਜ਼ਾਰੇ ਹੋ ਸਕਣ। ਉਹੀ ਬੇਸ ਤੇ ਅੱਜ ਉਹ ਗੱਲ ਕੀਤੀ ਗਈ। ਫਿਰ ਸਿੱਖਿਆ ਮੰਤਰੀ ਸਾਹਿਬ ਦਾ ਇਹ ਬਿਆਨ, ਉਹਨਾਂ ਨੇ ਕਿਹਾ ਕਿ ਤੁਹਾਡਾ ਜਿਹੜਾ ਮਾਮਲਾ ਨਾ, ਅਸੀਂ ਬਹੁਤ ਇਹ ਚੀਜ਼ ਤੇ ਸੀਰੀਅਸ ਹਾਂ, ਅਸੀਂ ਕਾਫੀ ਦਿਨਾਂ ਤੋਂ ਇਹ ਚੀਜ਼ ਦਾ ਡਿਸਕਸ ਕਰਦੇ ਪਏ ਆ। ਉਸ ਤੋਂ ਬਾਅਦ ਉਹਨਾਂ ਨੇ ਇਹ ਵੀ ਗੱਲ ਕੀਤੀ ਆ ਕਿ ਕੱਲ ਹੀ ਸੀਐਮ ਸਾਹਿਬ, ਪੰਜਾਬ ਸੀਐਮ ਨਾਲ ਵੀ ਮੇਰੀ ਕੱਲ ਗੱਲ ਹੋਈ ਆ ਤੇ ਉਹ ਵੀ ਇਹ ਗੱਲ ਕਹਿੰਦੇ ਸੀ ਕਿ ਜਿਹੜੇ 6000 ਵਾਲੇ ਟੀਚਰ ਆ ਇਹਨਾਂ ਦਾ ਕੋਈ ਹੱਲ ਕੀਤਾ ਜਾਵੇ। ਅਸੀਂ ਇਹਨਾਂ ਦੇ ਧਰਨਿਆਂ ਤੇ ਗਏ ਸੀ, ਉਹਨਾਂ ਨੇ ਕਿਹਾ ਕੱਲ ਹੀ ਤੁਹਾਡੇ ਤੇ ਡਿਸਕਸ ਇਹ ਚੀਜ਼ ਹੋਈ ਆ। ਤੇ ਕੱਲ ਤੁਹਾਨੂੰ ਵੀ ਪਤਾ ਅਰਵਿੰਦ ਕੇਜਰੀਵਾਲ ਵੀ ਸੀਗੇ, ਸੀਐਮ ਸਾਹਿਬ ਆਪਣੇ ਵੀ ਸੀਗੇ ਤੇ ਈਐਮ ਸਾਹਿਬ ਵੀ ਸੀਗੇ, ਉਹਨਾਂ ਦੀ ਇਹ ਚੀਜ਼ ਡਿਸਕਸ ਹੋਈ ਆ। ਤੇ ਉਸ ਤੋਂ ਬਾਅਦ ਸਿੱਖਿਆ ਮੰਤਰੀ ਸਾਹਿਬ ਨੂੰ ਮੈਂ ਇਹ ਵੀ ਗੱਲ ਕਹੀ ਕਿ ਸਰ ਇੱਕ ਜਿਹੜਾ ਰੇਹੜੀ ਵਾਲਾ ਜਾਂ ਦਿਹਾੜੀਦਾਰ ਹੈ ਨਾ, ਉਹ ਵੀ ਮਹੀਨੇ ਦਾ 20000 ਰੁਪਈਆ ਜਿਹੜਾ ਕਮਾ ਲੈਂਦਾ, ਅਸੀਂ ਕਿ ਉਹਨਾਂ ਤੋਂ ਵੀ ਜਿਹੜਾ ਕਿ ਮਾੜੇ ਆ। ਸਾਡਾ ਇੰਨੇ ਚਿਰ ਦਾ ਘਾਣ ਹੋਇਆ ਕਿ ਆਪਾਂ 6000 ਤੇ ਹੀ ਬੈਠੇ ਆ। ਜੇ ਸਾਡੀਆਂ ਤਨਖਾਹਾਂ ਤੁਸੀਂ ਇਹ ਆ ਵੀ ਜੇ ਤੁਸੀਂ ਇਹ ਚਾਹੁੰਦੇ ਆ ਵੀ ਟਾਈਮ ਲੈਣਾ 2 ਮਹੀਨੇ ਜਾਂ 4 ਮਹੀਨੇ, ਤੁਸੀਂ ਕਹਿੰਦੇ ਵੀ ਸਾਨੂੰ ਟਾਈਮ ਚਾਹੀਦਾ, ਕਿਉਂਕਿ ਉਹਨੇ ਕਿਹਾ ਵੀ ਸਾਨੂੰ ਟਾਈਮ ਚਾਹੀਦਾ, ਸਟੈਪ ਬਾਈ ਸਟੈਪ ਅਸੀਂ ਤੁਹਾਡਾ ਹੀ ਪਹਿਲਾਂ ਹੱਲ ਕਰਨਾ। ਤੇ ਉਹਨਾਂ ਨੇ ਫਿਰ ਅਸੀਂ ਇਹ ਗੱਲ ਕੀਤੀ ਕਿ ਜੇ ਤੁਸੀਂ ਟਾਈਮ ਲੈ ਲਓ ਪਰ ਤੁਸੀਂ ਉਨਾ ਟਾਈਮ ਸਾਡੀ ਸੈਲਰੀ 'ਚ ਵਾਧਾ ਕਰ ਦਿਓ, ਸਾਡੇ ਘਰਾਂ ਦੇ ਗੁਜ਼ਾਰੇ, ਇਹ ਨਹੀਂ ਕਿ ਤੁਸੀਂ ਥੋੜੀ ਸੈਲਰੀ ਵਧਾ ਦਿਓ ਤੇ ਸਾਡੇ ਘਰਾਂ ਦੇ ਗੁਜ਼ਾਰੇ ਹੋ ਜਾਣਗੇ। ਸਾਡਾ ਜਿਹੜਾ 2 ਸਰਕਾਰਾਂ ਨੇ ਘਾਣ ਕਰ ਦਿੱਤਾ, ਸਾਡਾ ਦੁਬਾਰਾ ਉਹ ਘਾਣ ਨਾ ਕੀਤਾ ਜਾਵੇ। ਫਿਰ ਉਹਨਾਂ ਨੇ ਕਿਹਾ ਕਿ ਜੇ ਮੈਂ ਸਿੱਖਿਆ ਮੰਤਰੀ ਨਾ ਵੀ ਹੁੰਦਾ ਨਾ ਤੇ ਮੈਂ ਤਾਂ ਵੀ ਤੁਹਾਡਾ ਹੱਲ ਕਰਵਾ ਕੇ ਰਹਿਣਾ ਸੀਗਾ, ਹੁਣ ਤੇ ਮੈਂ ਸਿੱਖਿਆ ਮੰਤਰੀ ਆ। ਤੇ ਉਹਨਾਂ ਨੇ ਇਹ ਚੀਜ਼ ਬਹੁਤ ਕਲੈਰਿਟੀ ਨਾਲ ਕਹੀ ਆ ਕਿ ਆਉਣ ਵਾਲੇ 20 ਦਿਨਾਂ ਵਿੱਚ
ਤੁਹਾਡਾ ਕੋਈ ਨਾ ਕੋਈ ਹੱਲ ਨਿਕਲੇਗਾ। ਜੇ ਮੈਂ ਉਹਨਾਂ ਫਿਰ ਇਹ ਵੀ ਅਸੀਂ ਪੁੱਛਿਆ ਵੀ ਉਹ ਹੱਲ ਹੈ ਕਿਹੜਾ, ਉਹਨਾਂ ਨੇ ਕਿਹਾ ਕਿ ਸੈਕਟਰੀ ਸਾਹਿਬ ਚੇਂਜ ਹੋਏ ਆ, ਸੈਕਟਰੀ ਸਾਹਿਬ ਦੀ ਅਸੀਂ ਡਿਊਟੀ ਲਾਈ ਆ ਕਿ ਸਾਨੂੰ ਪ੍ਰਪੋਜ਼ਲਾਂ ਬਣਾ ਕੇ ਭੇਜੀਆਂ ਜਾਣ, ਜਿਹੜੀ ਉਹਨਾਂ 'ਚੋਂ ਪ੍ਰਪੋਜ਼ਲ ਤੁਹਾਡੇ ਲਈ ਬੈਨੀਫਿਟ ਹੋਏਗਾ ਜਿਹੜੀ ਪ੍ਰਪੋਜ਼ਲ ਦਾ, ਉਸੇ ਪ੍ਰਪੋਜ਼ਲ ਨੂੰ ਅਸੀਂ ਲਾਗੂ ਕਰਾਂਗੇ। ਕੋਈ ਕਿਸੇ ਵੀ ਜਿਹੜਾ ਅਧਿਆਪਕ ਤੁਹਾਡੇ ਦਾ ਜਿਹੜਾ ਅਸੀਂ ਉਹਦੇ ਨਾਲ ਇਹ ਧੱਕਾ ਨਹੀਂ ਕੀਤਾ ਜਾਊਗਾ, ਸਾਰਿਆਂ ਦਾ ਹੱਲ ਕੀਤਾ ਜਾਊਗਾ। ਅਸੀਂ ਇਹ ਵੀ ਗੱਲ ਕਹੀ ਕਿ ਜੋ 8393 ਪੋਸਟਾਂ ਦਾ, ਜੇ 8393 ਪੋਸਟਾਂ 'ਚ ਸਾਡੇ ਥੋੜੇ ਲੋਕ ਲੱਗਦੇ ਆ ਤੇ ਜਿਹੜੇ ਮੈਨੂੰ ਲੱਗਦਾ ਰਹਿ ਜਾਣਗੇ, ਅਸੀਂ ਕਿਹਾ ਮੈਨੂੰ ਲੱਗਦਾ ਉਹਨਾਂ ਦਾ ਤਾਂ ਮਰਨ ਤੋਂ ਬਿਨਾ ਕੋਈ ਹੱਲ ਨਹੀਂ ਹੈਗਾ, ਕਿਉਂਕਿ 18 ਸਾਲ ਹੋ ਗਏ ਲੋਕ ਸਾਡੇ ਰਿਟਾਇਰ ਹੋ ਗਏ। ਉਹਨਾਂ ਨੇ ਗੱਲ ਕੀਤੀ ਆ ਕਿ ਅਜੇ ਇਦਾਂ ਦਾ ਕੁਝ ਨਹੀਂ ਹੈਗਾ, ਅਸੀਂ 3-4 ਪ੍ਰਪੋਜ਼ਲਾਂ ਬਣਾਉਣੀਆਂ ਕਿਹਾ ਆ ਡਿਪਾਰਟਮੈਂਟ ਨੂੰ, ਉਹ ਸਾਡੇ ਟੇਬਲ ਤੇ ਆ ਜਾਣ, ਉਸ ਤੋਂ ਬਾਅਦ ਅਸੀਂ ਦੱਸਾਂਗੇ ਕਿ ਕਿਹੜੀ ਪ੍ਰਪੋਜ਼ਲ ਤੁਹਾਡੇ ਲਈ ਬੈਨੀਫਿਟ 'ਚ ਆ। ਦੂਜਾ ਉਹਨਾਂ ਨੇ ਇਹ ਕਿਹਾ ਕਿ ਸਾਨੂੰ 20 ਦਿਨ ਦਾ ਟਾਈਮ ਦਿਓ, ਅਸੀਂ ਉਹਨਾਂ ਨੂੰ 20 ਦਿਨ ਦਾ ਟਾਈਮ ਦਿੱਤਾ। ਅਸੀਂ ਹੁਣ ਮੈਂ ਇਹ ਨਹੀਂ ਕਹਿੰਦੀ ਕਿ ਸਾਨੂੰ ਐਜੀਟੇਸ਼ਨ ਨਹੀਂ ਕਰਨੇ ਚਾਹੀਦੇ ਜਾਂ ਐਜੀਟੇਸ਼ਨ ਤੋਂ ਅਸੀਂ ਜਿਹੜਾ ਕਿ ਖਤਮ ਕਰ ਦਈਏ। ਮੈਨੂੰ ਲੱਗਦਾ ਕਿ ਇੰਨੀਆਂ ਸਰਕਾਰਾਂ ਨੂੰ ਅਸੀਂ ਟਾਈਮ ਦਿੱਤਾ, ਅੱਜ ਉਹਨਾਂ ਨੇ ਸਾਡੇ ਕੋਲ 20 ਦਿਨ ਮੰਗੇ ਆ, ਪਰ ਅਸੀਂ ਫਿਰ ਵੀ 1 ਮਹੀਨਾ ਲੈ ਕੇ ਚੱਲਦੇ ਆ। ਜੇ ਇਸ ਮਹੀਨੇ ਦੇ ਵਿੱਚ 20 ਦਿਨਾਂ 'ਚ ਕੋਈ ਹੱਲ ਨਹੀਂ ਨਿਕਲਦਾ ਤੇ 1 ਜੂਨ ਨੂੰ ਮੈਂ ਸਾਰੇ ਗਰੁੱਪਾਂ ਨੂੰ ਅਪੀਲ ਕਰਦੀ ਆ ਕਿ ਗਰੁੱਪਬਾਜ਼ੀ ਛੱਡ ਕੇ ਇੱਕੋ ਪਲੇਟਫਾਰਮ ਤੇ 1 ਜੂਨ ਨੂੰ ਕੋਈ ਵੀ ਜਗ੍ਹਾ ਜਿਹੜੀ ਹੈ ਨਿਸ਼ਚਿਤ ਕੀਤੀ ਜਾਵੇ ਤੇ ਉਹਦੇ 'ਚ ਸਾਰੇ ਆਮ ਕੇਡਰ, ਸਾਰੇ ਗਰੁੱਪ ਦੇ ਲੀਡਰਾਂ ਨੂੰ ਇਹ ਅਪੀਲ ਕੀਤੀ ਜਾਂਦੀ ਆ ਕਿ ਇੱਕੋ ਪਲੇਟਫਾਰਮ ਤੇ ਆ ਕੇ, ਇਹ ਨਹੀਂ ਕਿ ਅਸੀਂ ਲੀਡਰ ਬਣ ਕੇ ਲੜੀਏ, ਇੱਕ ਆਮ ਕੇਡਰ ਬਣ ਕੇ ਜਿਹੜਾ ਲੜਨਾ ਚਾਹੀਦਾ, ਤਾਂ ਹੀ ਅਸੀਂ ਇੱਕ ਪਲੇਟਫਾਰਮ ਤੇ ਆ ਸਕਦੇ ਹਾਂ। ਇਸ ਕਰਕੇ ਮੈਂ ਹੁਣ ਵੀ ਇਹ ਕਹਿੰਦੀ ਆ ਕਿ ਸਾਰੀਆਂ ਚੀਜ਼ਾਂ ਛੱਡ ਕੇ ਤੇ 20 ਦਿਨ ਦੇ ਦਿਓ ਸਰਕਾਰ ਨੂੰ, ਉਸ ਤੋਂ ਬਾਅਦ ਜੇ ਨਹੀਂ ਕੁਝ ਹੁੰਦਾ ਤੇ ਝੰਡੇ ਬਾਅਦ ਵਿੱਚ ਚੱਕੇ ਜਾ ਸਕਦੇ ਆ, ਪਰ ਇੱਕ ਮੌਕਾ ਸਾਨੂੰ ਦੇਣਾ ਚਾਹੀਦਾ। ਉਹਨਾਂ ਨੇ ਅੱਜ ਇੰਨਾ ਟਾਈਮ ਸਾਡੇ ਤੋਂ ਮੰਗਿਆ ਕਿ ਮਾਨ ਸਾਹਿਬ ਨੇ ਕਿਹਾ ਹੈ ਕਿ ਇਹਨਾਂ ਦਾ ਪਹਿਲ ਦੇ ਆਧਾਰ ਤੇ ਹੱਲ ਕਰਨਾ। ਉਸ ਤੋਂ ਬਾਅਦ ਗੱਲ ਕਰਦੇ ਆ ਕਿ ਜਿਹੜਾ ਬਾਰ-ਬਾਰ ਇੱਕ ਬਾਕੀ ਸਾਰੇ ਆਮ ਕੇਡਰ ਨੂੰ ਇੱਕ ਅਪੀਲ ਆ ਕਿ ਜਿਹੜਾ ਤੁਸੀਂ ਜਦੋਂ ਵੀ ਐਜੀਟੇਸ਼ਨ ਅੱਬਲ ਤੇ ਮੈਨੂੰ ਲੱਗਦਾ ਹੈ ਕਿ ਐਜੀਟੇਸ਼ਨ ਦੀ ਲੋੜ ਹੀ ਨਾ ਪਏ, ਇਹ ਹੋਵੇ ਹੀ ਨਾ। ਜਿੱਥੇ ਤੱਕ ਅੱਜ ਸਰਕਾਰ ਨਾਲ ਮੀਟਿੰਗ ਹੋਈ ਆ ਉਹ ਪੋਜ਼ਿਟਿਵ ਵੇ ਨਾਲ ਉਹਨਾਂ ਨੇ ਕੀਤੀ, ਅੱਧਾ ਘੰਟਾ, ਤੇ ਉਹਨਾਂ ਨੇ ਇਹ ਕਿਹਾ ਹੈ ਕਿ ਅਸੀਂ ਤੁਹਾਡਾ ਹੱਲ ਕਰ ਦੇਣਾ। ਤੇ ਇਸ ਕਰਕੇ ਫਿਰ ਵੀ ਅਸੀਂ ਕਹਿੰਦੇ ਆ ਕਿ ਕਿਤੇ ਨਾ ਕਿਤੇ ਜੇ ਕੋਈ ਵੀ ਸਾਨੂੰ ਇਹ ਚੀਜ਼ ਲੱਗੀ ਵੀ ਸਰਕਾਰ ਕਿਤੇ ਟਾਲਮ ਟੋਲ ਕਰਦੀ ਪਈ ਆ ਤੇ 1 ਜੂਨ ਨੂੰ ਸਾਰੇ ਗਰੁੱਪਾਂ ਨੂੰ, ਸਾਰੇ ਆਮ ਕੇਡਰ ਨੂੰ ਇੱਕੋ ਪਲੇਟਫਾਰਮ ਤੇ ਆਉਣ ਦੀ ਲੋੜ ਆ। ਫਿਰ 1 ਜੂਨ ਨੂੰ ਜਿਹੜਾ ਫਿਰ ਝੰਡੇ ਚੱਕੇ ਜਾਣਗੇ ਇੱਕੋ ਜਗ੍ਹਾ ਤੇ। ਇੱਕ ਗੱਲ ਹੋਰ ਲਾਸਟ ਵਾਲੀ, ਜੇ ਐਜੀਟੇਸ਼ਨ ਲੜਿਆ ਜਾਏਗਾ ਜਾਂ ਝੰਡੇ ਚੱਕੇ ਜਾਣਗੇ, ਬਾਕੀ ਸਾਰੇ ਅਹੁਦੇ ਰਹਿਣਗੇ, ਬਾਕੀ ਸਾਰੇ ਅਹੁਦੇ ਆਮ ਕੇਡਰ ਵੀ ਇੱਕ ਪ੍ਰਧਾਨ ਦੇ ਤੌਰ ਤੇ ਕੰਮ ਕਰਦਾ, ਕਿਉਂਕਿ 13,000 ਜੇ ਕੇਡਰ ਪਿੱਛੇ ਆ ਤੇ ਫੇਰ ਹੀ ਕੋਈ ਪ੍ਰਧਾਨ ਬਣਦਾ। ਇਸ ਕਰਕੇ ਬਾਕੀ ਸਾਰੇ ਅਹੁਦੇ ਰਹਿਣ, ਇੱਕ ਖਜ਼ਾਨਚੀ ਦਾ ਅਹੁਦਾ ਚੱਕਿਆ ਜਾਊਗਾ, ਨਾ ਕੋਈ ਫੰਡ ਦਊਗਾ ਨਾ ਕੋਈ ਲਊਗਾ। ਉਹ ਲੋਕ ਅੱਗੇ ਲੱਗਣ ਜਿਹੜੇ ਮੀਟਿੰਗਾਂ ਦੇ ਵਿੱਚ ਆਪ ਕਿਰਾਇਆ ਲਾ ਕੇ ਜਾਣ ਤੇ ਟੇਬਲ ਟਾਕ ਵੀ ਵਧੀਆ ਕਰਕੇ ਆਉਣ। ਤੇ ਮੈਂ ਹੀ ਨਹੀਂ ਚਾਹੁੰਦੇ ਕਿ ਜਿਹੜੇ 3500 6000 ਵਾਲੇ ਜਾਂ ਕੋਈ ਵੀ 11000 ਵਾਲਾ 5500 ਰੁਪਏ ਵਾਲਾ ਕੋਈ ਫੰਡ ਦਵੇ, ਕਿਉਂਕਿ ਫੰਡਾਂ ਦੀ ਲੋੜ ਨਹੀਂ, ਹਮੇਸ਼ਾ ਲੋਕਾਂ ਦੇ ਸਾਥ ਦੀ ਲੋੜ ਰਹਿੰਦੀ ਆ। ਇਸ ਕਰਕੇ ਮੈਂ ਫਿਰ ਵੀ ਇੱਕ ਹੀ ਅਪੀਲ ਕਰਦੀ ਆ, ਏਕਤਾ ਦੇ ਵਿੱਚ ਆਮ ਕੇਡਰ 1 ਜੂਨ ਨੂੰ ਜੇ ਨਾ ਕੁਝ ਨਿਕਲਿਆ ਤੇ 1 ਜੂਨ ਨੂੰ ਫਿਰ ਝੰਡੇ ਚੱਕਾਂਗੇ। ਉਨੀ ਦੇਰ ਤੱਕ ਸਰਕਾਰ ਨੂੰ ਟਾਈਮ ਦਈਏ, ਕਿਉਂਕਿ ਮੀਟਿੰਗ 'ਚ ਪੋਜ਼ਿਟਿਵ ਵੇ ਨਾਲ ਹੀ ਕੀਤੀ ਗਈ ਆ ਤੇ ਜੋ ਵੀ ਕਿਹਾ ਇਹੀ ਮੀਟਿੰਗ 'ਚ ਗੱਲਾਂ ਹੋਈਆਂ ਕਿ 20 ਦਿਨ ਤੱਕ ਤੁਹਾਡਾ ਹੱਲ ਕਰ ਦੇਣਾ। ਸੋ ਇਹ ਨਹੀਂ ਕਿ ਕਿਸੇ ਦਾ ਮੈਨੂੰ ਫੋਨ ਆਵੇ ਤੇ ਮੈਂ ਉਹ ਚੀਜ਼ ਕਵਾਂ ਕਿ ਨਹੀਂ ਜੀ ਨਹੀਂ ਆ ਚੀਜ਼ ਹੋਈ ਆ। ਇਸ ਕਰਕੇ ਫੋਨ ਵੀ ਨਹੀਂ ਜ਼ਿਆਦਾ ਸੁਣੇ ਜਾਂਦੇ। ਹਰੇਕ ਨੂੰ ਜਿਹੜੀ ਅਪਡੇਟ ਆ, ਇਹੀ ਵਾਲੀ ਅਪਡੇਟ 'ਚ ਇੰਨੀ ਹੀ ਗੱਲ ਹੋਈ ਆ, ਇਸ ਤੋਂ ਵੱਧ ਕੋਈ ਗੱਲ ਨਹੀਂ ਹੋਈ। ਸੋ ਧੰਨਵਾਦ ਸਾਰਿਆਂ ਦਾ।